ਹੈਲੋ ਸਟੂਡੈਂਟਸ, ਅੱਜ ਆਪਾਂ ਵਾਟਸਨ ਐਂਡ ਕ੍ਰਿਕ ਮਾਡਲ ਆਫ ਡੀਐਨਏ ਕਰਨਾ। ਠੀਕ ਹੈ, ਹੁਣ ਤੱਕ ਆਪਾਂ ਆਨਲਾਈਨ ਕਲਾਸ ਲਗਾ ਰਹੇ ਸੀ ਪਰ ਉਹ ਪੋਸੀਬਲ ਨਹੀਂ ਹੋ ਸਕਿਆ। ਠੀਕ ਹੈ, ਵਿੱਚ ਕਲਾਸ ਆ ਜਿਹੜੀ ਡਿਸਟਰਬੈਂਸ ਬਹੁਤ ਹੁੰਦੀ ਹੈ ਅਤੇ ਇੱਕ ਤੁਸੀਂ ਸਾਰੇ ਬੱਚੇ ਐਟ ਏ ਟਾਈਮ ਜੁਆਇਨ ਨਹੀਂ ਕਰਦੇ, ਤਾਂ ਕਰਕੇ ਮੈਂ ਇਹ ਵੀਡੀਓ ਆਪਾਂ ਜੋ ਨੈਕਸਟ ਟੌਪਿਕ ਕਰਨਾ ਸੀ ਵਾਟਸਨ ਐਂਡ ਕ੍ਰਿਕ ਮਾਡਲ, ਤਾਂ ਇਹ ਵੀਡੀਓ ਤਿਆਰ ਕੀਤੀ ਹੈ। ਇਹਨੂੰ ਧਿਆਨ ਨਾਲ ਸੁਣਨਾ ਅਤੇ ਸਮਝਣਾ। ਹਾਂਜੀ, ਵਾਟਸਨ ਅਤੇ ਕ੍ਰਿਕ ਦੋ ਸਾਇੰਟਿਸਟ ਨੇ ਜਿਨ੍ਹਾਂ ਨੇ ਡੀਐਨਏ ਦਾ ਮਾਡਲ ਦਿੱਤਾ। ਠੀਕ ਹੈ, ਪਹਿਲਾਂ ਆਪਾਂ ਸਮਰਾਈਜ਼ ਵਿਊ ਜੋ ਲੈ ਲਈਏ। ਠੀਕ ਹੈ, ਜੋ ਆਪਾਂ ਪਹਿਲਾਂ ਕਰ ਚੁੱਕੇ ਹਾਂ ਕਿ ਇੱਕ ਪੋਲੀਨਿਊਕਲੀਓਟਾਈਡ ਦੇ ਸਟਰਕਚਰ ਦੇ ਵਿੱਚ ਕੀ ਕੀ ਪ੍ਰੈਜ਼ੈਂਟ ਹੁੰਦਾ। ਸਭ ਤੋਂ ਪਹਿਲਾਂ ਬੇਸ ਆ ਜਿਹੜਾ ਉਹ ਡੀਆਕਸੀ ਰਾਈਬੋਸ ਸ਼ੂਗਰ ਨਾਲ ਜੁਆਇੰਟ ਹੁੰਦਾ, ਡੀਆਕਸੀ ਰਾਈਬੋਸ ਸ਼ੂਗਰ। ਠੀਕ ਹੈ, 5 ਕਾਰਬਨ ਸ਼ੂਗਰ ਆਪਾਂ ਕੀਤਾ ਪਹਿਲਾਂ। ਠੀਕ ਹੈ, ਉਹਦੇ C1 ਕਾਰਬਨ 'ਤੇ ਫਸਟ ਕਾਰਬਨ ਦੇ ਉੱਤੇ ਬੇਸ ਲੱਗਿਆ ਹੁੰਦਾ, ਤਾਂ ਉਹਦੇ ਲਈ ਆਪਾਂ ਟਰਮ ਦਿੰਦੇ ਹਾਂ ਨਿਊਕਲੀਓਸਾਈਡ। ਠੀਕ ਹੈ, ਨਿਊਕਲੀਓਸਾਈਡ ਕਾਮਨ ਨਿਊਕਲੀਓਸਾਈਡਸ ਕਿਹੜੇ ਨੇ ਆਪਣੇ ਕੋਲ? ਡੀਆਕਸੀਡੀਨੋਸਿਨ, ਡੀਆਕਸੀਗੁਆਨੋਸਿਨ, ਡੀਆਕਸੀਸਾਈਟਿਡਿਨ ਐਂਡ ਡੀਆਕਸੀਥਾਈਮਿਡਿਨ। ਇਹ ਚਾਰੋਂ ਤਰ੍ਹਾਂ ਦੇ ਨਿਊਕਲੀਓਸਾਈਡਸ ਬਿਕੋਜ਼ ਆਫ 4 ਟਾਈਪਸ ਆਫ ਬੇਸਿਸ। ਜੋ ਆਪਣੇ ਕੋਲ 4 ਤਰ੍ਹਾਂ ਦੇ ਬੇਸਿਸ ਸੀ ਨਾ, ਉਹਨਾਂ ਦੇ ਅਕੋਰਡਿੰਗ ਨਿਊਕਲੀਓਸਾਈਡਸ ਨੇ। ਜਦੋਂ ਨਿਊਕਲੀਓਸਾਈਡ ਦੇ ਵਿੱਚ ਫਾਸਫੋਰਿਕ ਐਸਿਡ ਐਡ ਹੋ ਜਾਂਦਾ ਤਾਂ ਉਹਨੂੰ ਟਰਮ ਦਿੱਤੀ ਜਾਂਦੀ ਆ ਨਿਊਕਲੀਓਟਾਈਡ ਦੀ। ਠੀਕ ਹੈ, ਤਾਂ ਅਡੀਨੋਸਿਨ ਮੋਨੋਫਾਸਫੇਟ, ਡੀਆਕਸੀਗੁਆਨੋਸਿਨ ਮੋਨੋਫਾਸਫੇਟ, ਡੀਆਕਸੀਸਾਈਟਿਡਿਨ ਮੋਨੋਫਾਸਫੇਟ, ਡੀਆਕਸੀਥਾਈਮਿਡਿਨ ਮੋਨੋਫਾਸਫੇਟ, ਇਹ 4 ਟਾਈਪਸ ਦੇ ਆਪਣੇ ਕੋਲ ਨਿਊਕਲੀਓਟਾਈਡਸ ਆ ਗਏ। ਠੀਕ ਹੈ, ਅਤੇ ਨਿਊਕਲੀਓਟਾਈਡਸ ਆਪਸ ਦੇ ਵਿੱਚ ਠੀਕ ਹੈ 3:5 ਲਿੰਕੇਜ ਹੁੰਦੀ ਹੈ। ਆਲਰੇਡੀ ਆਪਾਂ ਇਹ ਕਰ ਚੁੱਕੇ ਹਾਂ। ਠੀਕ ਹੈ, ਇਹਨਾਂ 'ਚ ਤਾਂ ਉਹ ਪੋਲੀਨਿਊਕਲੀਓਟਾਈਡ ਚੇਨ ਬਣਾਉਂਦੇ ਨੇ। ਠੀਕ ਹੈ, ਤਾਂ ਪੋਲੀਨਿਊਕਲੀਓਟਾਈਡ ਜੋ ਇੱਕ ਚੇਨ ਆ, ਠੀਕ ਹੈ, ਉਹਦੇ 'ਚ 2 ਐਂਡਸ ਪ੍ਰੈਜ਼ੈਂਟ ਹੁੰਦੇ ਨੇ, 5' ਐਂਡ ਐਂਡ 3' ਐਂਡ। ਉਹ ਐਂਡਸ ਕਿਉਂ ਹੁੰਦੇ ਨੇ? ਆਪਾਂ ਪਹਿਲਾਂ ਕਰ ਚੁੱਕੇ ਹਾਂ ਕਿ ਸ਼ੂਗਰ ਰੈਜ਼ੀਡਿਊ, ਠੀਕ ਹੈ, ਜਿਹਦੇ 'ਤੇ 5th ਜੋ ਕਾਰਬਨ ਆ, ਜਿਹਦੇ 'ਤੇ ਉਸ ਨਿਊਕਲੀਓਟਾਈਡ ਦੇ ਵਿੱਚ ਫਾਸਫੇਟ ਲੱਗੀ ਹੋਈ ਆ, ਬਟ ਉਹ ਫਰਦਰ ਕਿਸੇ ਹੋਰ ਜੋ ਨਿਊਕਲੀਓਟਾਈਡ ਆ ਉਹਦੇ ਨਾਲ ਜੁਆਇੰਟ ਨਹੀਂ ਹੈ, ਤਾਂ ਉੱਥੇ 5' ਕਾਰਬਨ, ਠੀਕ ਹੈ, 5' ਪੀ ਟਰਮੀਨਸ ਬੋਲਦੇ ਆ ਉਹਨੂੰ। ਠੀਕ ਹੈ, 5' ਪੀ ਟਰਮੀਨਸ। ਨੈਕਸਟ ਉਹਦੇ ਆਪੋਜ਼ਿਟ ਜਿਹੜੇ ਨਿਊਕਲੀਓਟਾਈਡ ਦਾ ਡੀਆਕਸੀਰਾਈਬੋਸ ਸ਼ੂਗਰ ਦਾ 3rd ਕਾਰਬਨ ਆ ਉੱਤੇ OH SH ਹੀ ਲੱਗੀ ਹੋਈ ਆ, OH ਫਰਦਰ ਫਾਸਫੇਟ ਨਾਲ ਅਟੈਚ ਨਹੀਂ ਨੈਕਸਟ ਨਿਊਕਲੀਓਟਾਈਡ ਦੇ, ਤਾਂ ਉਹਨੂੰ ਆਪਾਂ ਬੋਲਦੇ ਹਾਂ 3' OH ਐਂਡ। ਠੀਕ ਹੈ, ਦੈਟ ਇਜ਼ 3' OH ਐਂਡ। ਤਾਂ ਇਹ ਆਪਣੇ 2 ਐਂਡਸ ਨੇ। ਇਹ ਮੈਂ ਦੁਬਾਰਾ ਤੁਹਾਨੂੰ ਤਾਂ ਕਰਾਇਆ ਕਿਉਂਕਿ ਨੈਕਸਟ ਆਪਾਂ ਡੀਐਨਏ ਦਾ ਸਟਰਕਚਰ ਕਰਨਾ ਅਤੇ ਤੁਸੀਂ ਫਰਦਰ ਟੋਪਿਕਸ ਵੀ ਕਰਨੇ ਆ ਜਿਹੜੇ ਰੈਪਲੀਕੇਸ਼ਨ, ਟਰਾਂਸਕ੍ਰਿਪਸ਼ਨ, ਤਾਂ ਉਹਨਾਂ 'ਚ ਇਹ ਐਂਡਸ ਤੁਹਾਨੂੰ ਕਲੀਅਰ ਹੋਣੇ ਚਾਹੀਦੇ ਨੇ, ਤਾਂ ਤੁਸੀਂ ਉਹਦੇ 'ਚ ਲਿਖ ਸਕਦੇ ਹੋ ਕਿ ਕੋਈ ਪ੍ਰੋਸੈਸ, ਠੀਕ ਹੈ, 5' to 3' ਸਾਈਡ ਨੂੰ ਹੋ ਰਿਹਾ, ਜਾਂ ਇਹ ਚੇਨ 5' to 3' ਆ। ਠੀਕ ਹੈ, ਤਾਂ ਕਰਕੇ ਦੁਬਾਰਾ ਤੁਹਾਨੂੰ ਇੱਕ ਵਾਰ ਸ਼ੋਅ ਕੀਤਾ ਕਿ 5' ਐਂਡ P where phosphate is lying at 5' 5th carbon and that is not attached to next nucleotide, and 3' OH group. ठीक है, where 3rd carbon of deoxyribose sugar is free, ठीक है, having general OH group, ਜਿਹੜਾ ਵੈਸੇ ਰਾਈਬੋਸ ਸ਼ੂਗਰ ਦੇ ਵਿੱਚ ਹੁੰਦਾ OH group ਹੀ present ਆ, that is not attached to next nucleotide through phosphate. ਠੀਕ ਹੈ, ਅਟੈਚਡ ਨਹੀਂ ਹੁੰਦਾ, ਫ੍ਰੀ ਹੁੰਦਾ, that is 3' end. ਨੈਕਸਟ ਵਾਟਸਨ ਐਂਡ ਕ੍ਰਿਕ ਮਾਡਲ ਦੇ ਕੁਛ ਫੀਚਰਸ ਨੇ ਬੇਟਾ, ਉਹ ਆਪਾਂ ਡਿਸਕਸ ਕਰਦੇ ਹਾਂ 1 by 1। ਤਾਂ ਵਾਟਸਨ ਐਂਡ ਕ੍ਰਿਕ ਉਹਨਾਂ ਨੇ ਕੀ ਡਿਸਕਰਾਈਬ ਕੀਤਾ ਕਿ ਡੀਐਨਏ ਦੇ ਇੱਕ ਮੋਲੀਕਿਊਲ ਦੇ ਵਿੱਚ 2 ਪੋਲੀਨਿਊਕਲੀਓਟਾਈਡ ਚੇਨਸ ਪ੍ਰੈਜ਼ੈਂਟ ਹੁੰਦੀਆਂ ਨੇ ਵਿਚ ਆਰ ਅਰੇਂਜਡ ਐਂਟੀ ਪੈਰਲਲ ਆਪੋਜ਼ਿਟ ਡਾਇਰੈਕਸ਼ਨ। ਉਹ ਆਪੋਜ਼ਿਟ ਡਾਇਰੈਕਸ਼ਨ ਕਿਵੇਂ? ਜਿਵੇਂ ਆਪਾਂ ਹੁਣੇ ਐਂਡਸ ਕਰਕੇ ਹਟੇ ਹਾਂ, ਤਾਂ ਉਹ 2 ਚੇਨਸ, ਇੱਕ ਪੋਲੀਨਿਊਕਲੀਓਟਾਈਡ ਚੇਨ ਜੇ 5' to 3' ਹੈ ਤਾਂ ਦੂਸਰੀ 3' to 5' ਹੋਊਗੀ।
ਤਾਂ ਦੋਨੋਂ ਚੇਨਸ ਆਪੋਜ਼ਿਟ ਰਨ ਕਰਦੀਆਂ। ਕਿ ਜੇ ਆਪਾਂ ਅੱਪਰ ਸਾਈਡ DNA ਦਾ ਮੋਲੀਕਿਊਲ ਦੇਖੀਏ, ਇੱਕ ਪਾਸੇ ਆਪ ਨੂੰ ਇੱਕ ਚੇਨ ਦਾ 5' ਫਾਸਫੇਟ 5' ਟਰਮੀਨਸ ਦਿਖੂਗਾ, ਠੀਕ ਹੈ, ਤੇ ਨਾਲ ਹੀ ਦੂਸਰੀ ਚੇਨ ਦਾ ਉੱਥੇ 3' OH ਸਾਈਡ ਦਿਖੂਗੀ। ਤਾਂ ਦੋਨੋਂ ਚੇਨਸ ਆਪੋਜ਼ਿਟ ਲਾਈ ਕਰਦੀਆਂ ਨੇ, ਜਿਹਦੇ ਲਈ ਟਰਮ ਦਿੱਤੀ ਹੈ ਐਂਟੀ ਪੈਰਲਲ, ਠੀਕ ਹੈ, ਐਂਟੀ ਪੈਰਲਲ। ਨੈਕਸਟ ਫੀਚਰ ਹੈ ਕਿ ਫਾਸਫੇਟ ਤੇ ਸ਼ੂਗਰ ਦੋਨੋਂ ਆਪਸ 'ਚ ਐਡ ਹੋ ਕੇ, ਜਾਂ ਫਾਸਫੇਟ ਤੇ ਸ਼ੂਗਰ ਦੀ ਜੋ ਚੇਨ ਬਣਦੀ ਆ, ਤਾਂ DNA ਮੋਲੀਕਿਊਲ ਦੀ ਉਹ ਬੈਕਬੋਨ ਆ। ਸੈਂਟਰ ਦੇ ਵਿੱਚ DNA ਮੋਲੀਕਿਊਲ ਦੇ, ਕਿਉਂਕਿ DNA ਮੋਲੀਕਿਊਲ 2 ਪੋਲੀਨਿਊਕਲੀਓਟਾਈਡ ਚੇਨਸ ਦਾ ਬਣਿਆ ਹੋਇਆ, ਸਾਈਡਾਂ 'ਤੇ ਉਹਨਾਂ 'ਤੇ ਫਾਸਫੇਟ ਤੇ ਸ਼ੂਗਰ ਦੀ ਬੈਕਬੋਨ ਪ੍ਰੈਜ਼ੈਂਟ ਆ, ਸੈਂਟਰ ਦੇ ਵਿੱਚ ਨਾਈਟ੍ਰੋਜਨਸ ਬੇਸਿਸ ਪ੍ਰੈਜ਼ੈਂਟ। Nitrogenous bases of two chains are linked through hydrogen bonds. Important point ਆ, ਦੋ ਪੋਲੀਨਿਊਕਲੀਓਟਾਈਡ ਚੇਨਸ ਆਪਸ ਦੇ ਵਿੱਚ ਅਟੈਚ ਕਿਵੇਂ ਹੁੰਦੀਆਂ ਨੇ? That are attached through nitrogenous bases, ਜਿਹੜੇ ਕਿ ਆਪਸ ਦੇ ਵਿੱਚ ਅਟੈਚ ਨੇ ਥਰੂ ਹਾਈਡਰੋਜਨ ਬੌਂਡਸ। ਆਪਾਂ ਪਹਿਲਾਂ ਕੀਤਾ ਕਿ ਨਾਈਟ੍ਰੋਜਨਸ ਬੇਸਿਸ 2 ਟਾਈਪਸ ਦੇ ਹੁੰਦੇ ਨੇ, ਪਿਊਰਿਨਸ ਐਂਡ ਪਿਰੀਮੀਡੀਨਸ। ਤੇ ਬੇਸ ਪੇਅਰਿੰਗ ਜਿਹੜੀ ਆ ਐਗਜ਼ੈਕਟ ਹਰ ਇੱਕ ਇੰਡੀਵਿਜੂਅਲ, ਹਰ ਇੱਕ ਸਪੀਸੀਜ਼ 'ਚ ਕਿਵੇਂ ਹੁੰਦੀ ਹੈ ਕਿ ਇੱਕ ਪਿਊਰਿਨ ਤੇ ਇੱਕ ਪਿਰੀਮੀਡੀਨ ਆਪਸ 'ਚ ਬੌਂਡ ਬਣਾਉਂਦੇ ਨੇ। ਫੋਰ ਐਗਜ਼ਾਮਪਲ ਐਡੀਨਿਨ ਤੇ ਥਾਇਮਿਨ ਹਮੇਸ਼ਾ ਅਟੈਚਡ ਹੋਣਗੇ ਵਿਦ 2 ਹਾਈਡਰੋਜਨ ਬੌਂਡਸ, ਠੀਕ ਹੈ। ਸਿਮਿਲਰਲੀ ਸਾਈਟੋਸਿਨ ਤੇ ਗੁਆਨਿਨ ਦੇ ਆਰ ਆਲਵੇਜ਼ ਅਟੈਚਡ ਥਰੂ 3 ਹਾਈਡਰੋਜਨ ਬੌਂਡਸ। ਤਾਂ ਪਿਊਰਿਨ ਤੇ ਪਿਰੀਮੀਡੀਨ ਦੀ ਹੀ ਪੇਅਰਿੰਗ ਹੁੰਦੀ ਹੈ ਹਮੇਸ਼ਾ। ਇਹ ਪੇਅਰਿੰਗ ਕਿਉਂ? ਦਿਸ ਇਜ਼ ਟੂ ਮੇਨਟੇਨ ਕੌਨਸਟੈਂਟ ਡਾਇਆਮੀਟਰ ਆਫ DNA, ਕਿਉਂਕਿ ਆਲਰੇਡੀ ਸਾਨੂੰ ਪਤਾ ਕਿ ਜੋ ਪਿਊਰਿਨ ਮੋਲੀਕਿਊਲ ਆ, ਜੋ ਪਿਊਰਿਨ ਆ ਉਹ 2 ਰਿੰਗ ਸਟਰਕਚਰ ਆ, ਠੀਕ ਹੈ, ਐਂਡ ਪਿਰੀਮੀਡੀਨ ਉਹ 1 ਰਿੰਗ ਸਟਰਕਚਰ ਆ। ਪਿਊਰਿਨ 2 ਰਿੰਗ ਸਟਰਕਚਰ ਆ, ਪਿਰੀਮੀਡੀਨ 1। ਤਾਂ ਐਟ ਏ ਟਾਈਮ ਜਦੋਂ ਇੱਕ ਪਿਊਰਿਨ ਤੇ ਇੱਕ ਪਿਰੀਮੀਡੀਨ ਆਪਸ ਦੇ ਵਿੱਚ ਬੌਂਡ ਬਣਾਉਂਦੇ ਨੇ ਤਾਂ ਟੋਟਲ 3 ਰਿੰਗਸ ਆ ਜਾਂਦੀਆਂ ਨੇ ਸੈਂਟਰ ਦੇ ਵਿੱਚ। ਤਾਂ ਬੈਲੈਂਸਡ ਰਹਿੰਦਾ ਸਟਰਕਚਰ। ਜੇ ਇੱਕ ਪਿਊਰਿਨ ਤੇ ਪਿਊਰਿਨ ਹੀ ਆਪਸ 'ਚ ਬੌਂਡ ਬਣਾਉਂਦੇ ਰਹੇ, ਪਿਰੀਮੀਡੀਨ ਤੇ ਪਿਰੀਮੀਡੀਨ ਹੀ ਬੌਂਡ ਬਣਾਉਂਦੇ ਰਹੇ, ਤਾਂ ਬੈਲੈਂਸਡ ਹੀ ਰਹਿਣਾ ਸਟਰਕਚਰ, ਕਿਉਂਕਿ ਪਿਰੀਮੀਡੀਨ 'ਚ ਇੱਕੋ ਹੀ ਰਿੰਗ ਆ, ਫਿਰ ਇੱਕ ਤੇ 2 ਰਿੰਗਸ ਹੀ ਆਪਸ 'ਚ ਬੌਂਡ ਬਣਾਉਣਗੀਆਂ, ਠੀਕ ਹੈ। ਪਿਊਰਿਨ ਡਬਲ ਰਿੰਗ ਆ, ਤਾਂ ਹਮੇਸ਼ਾ ਇੱਕ ਪਿਊਰਿਨ ਤੇ ਇੱਕ ਪਿਰੀਮੀਡੀਨ ਦੋਨੋਂ ਆਪਸ 'ਚ ਬੌਂਡਿੰਗ ਕਰਦੇ ਨੇ ਟੂ ਮੇਨਟੇਨ ਕੌਨਸਟੈਂਟ ਡਾਇਆਮੀਟਰ, ਠੀਕ ਹੈ। ਇੱਥੇ ਡਿਸਕ੍ਰਾਈਬ ਕੀਤਾ ਹੈ 2 ਰਿੰਗਡ ਪਿਊਰਿਨ ਜੁਆਇਨਸ ਸਿੰਗਲ ਰਿੰਗ ਪਿਰੀਮੀਡੀਨ ਸੋ ਮੇਨਟੇਨਿੰਗ ਇਕੁਅਲ ਡਿਸਟੈਂਸ, ਠੀਕ ਹੈ। ਐਂਡ ਡਿਊ ਟੂ ਬੇਸ ਪੇਅਰਿੰਗ, ਇਹ ਬੇਸ ਪੇਅਰਿੰਗ ਕਰਕੇ ਜਿਹੜੀ ਐਗਜ਼ੈਕਟ ਇਹੀ ਹੁੰਦੀ ਆ, ਠੀਕ ਹੈ, ਬੇਸ ਪੇਅਰਿੰਗ ਜੋ ਐਗਜ਼ੈਕਟ ਸੇਮ ਇਹੀ ਹੁੰਦੀ ਹੈ, ਕਿਹੜੀ? A ਤੇ T ਨੇ ਬੌਂਡ ਬਣਾਉਣਾ ਹਮੇਸ਼ਾ, ਐਡੀਨਿਨ ਤੇ ਥਾਇਮਿਨ, ਸਾਈਟੋਸਿਨ ਤੇ ਗੁਆਨਿਨ ਦੀ ਬੌਂਡਿੰਗ ਹੋਣੀ ਆ। ਤਾਂ ਇਸ ਕਰਕੇ ਜੋ ਦੋਨੋਂ ਸਟ੍ਰੈਂਡਸ ਆ ਉਹਨਾਂ ਨੂੰ ਕਿਹਾ ਜਾਂਦਾ ਕਿ ਬੋਥ ਸਟ੍ਰੈਂਡਸ ਆਰ ਕੰਪਲੀਮੈਂਟਰੀ ਟੂ ਈਚ ਅਦਰ। ਕੰਪਲੀਮੈਂਟਰੀ ਕਿਵੇਂ? ਫੋਰ ਐਗਜ਼ਾਮਪਲ ਜੇ ਆਪਾਂ ਇੱਕ ਸੀਕੁਐਂਸ ਲਿਖਦੇ ਇੱਕ ਸਟ੍ਰੈਂਡ ਦਾ ਕਿ TCACG, ਇਹ ਸਟ੍ਰੈਂਡ ਦਾ ਸੀਕੁਐਂਸ ਆ, ਤਾਂ ਕੋਰਸਪੋਂਡਿੰਗ ਸਟ੍ਰੈਂਡ ਦਾ ਸੀਕੁਐਂਸ ਕੀ ਹੋਊਗਾ ਉਹ ਆਪਾਂ ਇਸ ਬੇਸ ਪੇਅਰਿੰਗ ਤੋਂ ਕਲੀਅਰ ਕਰ ਸਕਦੇ ਹਾਂ। T ਦੇ ਆਪੋਜ਼ਿਟ ਹਮੇਸ਼ਾ A, C ਦੇ G, ਠੀਕ ਹੈ, AT, ਸਿਮਿਲਰਲੀ ਅਦਰਸ, ਠੀਕ ਹੈ। ਤਾਂ ਆਪਣੇ ਕੋਲ ਇਹ ਕੋਰਸਪੋਂਡਿੰਗ ਸੀਕੁਐਂਸ ਵੀ ਆ ਜਾਂਦਾ ਹੈ। ਤੁਹਾਨੂੰ ਕੁਐਸਚਨ ਵੀ ਆ ਜਾਂਦਾ ਕਿ ਕੋਈ 5' to 3' ਵੱਲ ਕੋਈ ਸੀਕੁਐਂਸ ਦਿੱਤਾ ਹੋਇਆ ਤੇ ਤੁਹਾਨੂੰ ਕੰਪਲੀਮੈਂਟਰੀ ਸੀਕੁਐਂਸ ਪੁੱਛਿਆ ਜਾਂਦਾ, ਠੀਕ ਹੈ। ਤਾਂ ਤੁਹਾਨੂੰ ਬਾਅਦ ਵਿੱਚ ਕੁਐਸਚਨਸ ਹੋਣਗੇ ਉਦੋਂ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ, ਕਲੀਅਰ ਹੋ ਜਾਊਗਾ ਤੁਹਾਨੂੰ ਹੋਰ। ਹਾਂਜੀ, ਨੈਕਸਟ ਹੈ ਵਾਟਸਨ ਐਂਡ ਕ੍ਰਿਕ ਦਾ ਮਾਡਲ, ਠੀਕ ਹੈ, ਜਨਰਲ ਡਰਾ ਕੀਤਾ ਹੋਇਆ। ਇਹ ਇਲੈਬੋਰੇਟ ਵਿਊ ਆ, ਠੀਕ ਹੈ, ਇਲੈਬੋਰੇਸ਼ਨ ਆ। ਹੁਣ ਦੇਖੋ DNA ਇਟ ਹੈਜ਼ 2 ਕੰਪਲੀਮੈਂਟਰੀ ਸਟ੍ਰੈਂਡਸ ਜਿਹੜੇ ਟਵਿਸਟ ਹੋਏ ਨੇ, ਟਵਿਸਟਡ ਅਰਾਊਂਡ ਈਚ ਅਦਰ ਐਂਡ ਫਾਰਮ ਰਾਈਟ ਹੈਂਡਡ ਹੈਲਿਕਸ, ਕਿਉਂਕਿ DNA ਜਿਹੜਾ ਉਹ ਟਵਿਸਟ ਹੋਇਆ ਕਲੌਕਵਾਈਜ਼, ਠੀਕ ਹੈ, ਘੁੰਮਿਆ ਹੋਇਆ, ਜਿਵੇਂ ਆਪਾਂ ਵੱਟ ਚੜ੍ਹਦੇ ਹਾਂ ਕਿਸੇ ਰੱਸੀ ਨੂੰ ਮੰਨ ਲਓ, ਠੀਕ ਹੈ, ਆਪਸ 'ਚ ਸਪਾਇਰਲੀ ਕੋਇਲਡ
ਕਰਾਉਣੇ 2 ਥਰੈਡਸ ਨੂੰ, ਠੀਕ ਹੈ। ਤਾਂ ਕਲੋਕਵਾਈਜ਼ ਡਾਇਰੈਕਸ਼ਨ 'ਚ ਕਰਾਉਣਾ ਤਾਂ ਉਹ ਜਿਵੇਂ DNA ਸਟ੍ਰੈਂਡ 'ਚ ਹੁੰਦਾ, ਠੀਕ ਹੈ, ਸੇਮ ਹੀ ਉਹਦੇ 'ਚ ਹੁੰਦਾ। ਹਾਂਜੀ, ਮੇਨ ਫੀਚਰਸ ਕੀ ਨੇ ਇਸ ਮਾਡਲ ਦੇ, ਤਾਂ ਮਾਰਕ ਕੀਤਾ ਹੋਇਆ ਆਪਾਂ ਨੂੰ ਆਲਰੇਡੀ ਪਤਾ ਕਿ ਸ਼ੂਗਰ ਫਾਸਫੇਟ ਦੀ ਬੈਕਬੋਨ ਹੁੰਦੀ ਹੈ ਸਾਈਡਸ 'ਤੇ, ਠੀਕ ਹੈ। ਫਿਰ ਉਸ 'ਚ ਮਾਈਨਰ ਅਤੇ ਮੇਜਰ ਗਰੂਵ, ਠੀਕ ਹੈ, ਪ੍ਰੈਜੈਂਟ ਹੁੰਦੇ ਨੇ। ਮੇਨ ਹੈ ਜੋ ਕਿ ਇੱਕ ਜੋ ਸਪਾਇਰਲ ਟਰਨ ਆ, ਇੱਕ ਟਰਨ ਆ, ਉਹਦਾ ਡਿਸਟੈਂਸ 34 ਐਂਗਸਟਰੋਮ ਹੁੰਦਾ, ਠੀਕ ਹੈ। ਉਹਦਾ ਡਿਸਟੈਂਸ ਕਿੰਨਾ ਹੁੰਦਾ? 34 ਐਂਗਸਟਰੋਮ। 1 ਟਰਨ ਆਫ ਹੈਲਿਕਸ ਮੈਜਰਸ 34 ਐਂਗਸਟਰੋਮ ਔਰ ਵੀ ਕੈਨ ਸੇ 3.4 ਨੈਨੋਮੀਟਰ। ਤੇ ਸੈਕਿੰਡ ਜੋ ਥਿੰਗ ਆ ਕਿ 1 ਟਰਨ ਕੰਟੇਨਸ 10 ਪੇਅਰਸ ਆਫ ਨਿਊਕਲੀਓਟਾਈਡਸ। ਹਰੇਕ ਟਰਨ ਦੇ ਵਿੱਚ 10 ਪੇਅਰਸ ਪ੍ਰੈਜੈਂਟ ਹੁੰਦੇ ਨੇ ਨਿਊਕਲੀਓਟਾਈਡਸ ਦੇ, ਮਤਲਬ ਆਪਾਂ ਕਹਿ ਸਕਦੇ ਹਾਂ 10 ਬੇਸ ਪੇਅਰਸ ਪ੍ਰੈਜੈਂਟ ਹੁੰਦੇ ਨੇ, ਠੀਕ ਹੈ। ਹਰ ਇੱਕ ਟਰਨ ਦੇ ਵਿੱਚ 10 ਬੇਸ ਪੇਅਰਸ ਹੁੰਦੇ ਨੇ ਅਤੇ ਹਰ ਇੱਕ ਟਰਨ ਦਾ ਡਿਸਟੈਂਸ ਕਿੰਨਾ? 34 ਐਂਗਸਟਰੋਮ। ਇਹਦਾ ਮਤਲਬ ਆਪਾਂ 2 ਪੇਅਰਸ ਜਿਹੜੇ ਪਲੇਸਡ ਨੇ, ਠੀਕ ਹੈ, ਨਾਲ ਨਾਲ ਪਲੇਸਡ ਨੇ, ਤਾਂ ਉਹਨਾਂ 'ਚ ਡਿਸਟੈਂਸ ਹਮੇਸ਼ਾ ਕੀ ਹੋਊਗਾ? 3.4 ਐਂਗਸਟਰੋਮ। 34 ਐਂਗਸਟਰੋਮ ਨੂੰ ਡਿਵਾਈਡ ਕਰਤਾ 10 ਪੇਅਰਸ ਨਾਲ, ਕਿਉਂਕਿ ਆਪਾਂ ਪਰਟੀਕੂਲਰ 1 ਪੇਅਰ ਟੂ ਨੈਕਸਟ ਪੇਅਰ ਦਾ ਡਿਸਟੈਂਸ ਫਾਈਂਡ ਆਊਟ ਕਰਨਾ, ਠੀਕ ਹੈ। ਦੈਟ ਕਮਸ ਆਊਟ ਟੂ ਬੀ 3.4 ਐਂਗਸਟਰੋਮ ਔਰ 0.34 ਨੈਨੋਮੀਟਰ। ਨੈਕਸਟ ਪੁਆਇੰਟ ਹੈ ਹੈਲਿਕਸ ਦਾ, ਇਸ ਦਾ ਡਾਇਆਮੀਟਰ ਕਿੰਨਾ ਹੁੰਦਾ? 20 ਐਂਗਸਟਰੋਮ ਔਰ 2 ਨੈਨੋਮੀਟਰ, ਠੀਕ ਹੈ। ਤੇ ਇਸ ਸਾਈਡ ਇਲੈਬੋਰੇਟ ਵਿਊ ਦਿਖਾਇਆ ਹੋਇਆ ਤੁਹਾਨੂੰ, ਠੀਕ ਹੈ, ਕਿ 5' ਕਾਰਬਨ ਇੱਕ ਸਾਈਡ 5' ਕਾਰਬਨ ਐਂਡ ਫ੍ਰੀ ਆ, ਐਂਟੀ ਪੈਰਲਲ ਨੇ ਦੋਨੋਂ ਚੇਨਸ। ਤਾਂ ਚੇਨ ਜੋ 2 ਆ ਉਹ 'ਤੇ 3' OH ਗਰੁੱਪ ਫ੍ਰੀ ਆ, ਠੀਕ ਹੈ, 3' OH ਇਜ਼ ਫ੍ਰੀ। ਤਾਂ ਸਿਮਿਲਰਲੀ ਆਪੋਜ਼ਿਟ ਸਾਈਡਸ, ਠੀਕ ਹੈ। ਤਾਂ ਇੱਕ ਸਟ੍ਰੈਂਡ 5' to 3', ਸੈਕਿੰਡ ਐਂਟੀ ਪੈਰਲਲ 3' 5', ਠੀਕ ਹੈ। ਸੈਂਟਰ ਦੇ ਵਿੱਚ ਜੁਆਇੰਟ ਕਿਵੇਂ ਨੇ 2 ਪੋਲੀਨਿਊਕਲੀਓਟਾਈਡ ਸਟ੍ਰੈਂਡਸ? ਥਰੂ ਹਾਈਡਰੋਜਨ ਬੌਂਡਸ ਬਿਟਵੀਨ ਨਾਈਟ੍ਰੋਜਨਸ ਬੇਸਿਸ। ਤਾਂ ਸ਼ੂਗਰ ਫਾਸਫੇਟ ਦੀ ਬੈਕਬੋਨ ਬਣ ਗਈ, ਨਾਈਟ੍ਰੋਜਨਸ ਬੇਸਿਸ ਨੇ ਉਹਨਾਂ ਨੂੰ ਜੁਆਇਨ ਕਰਕੇ ਰੱਖਿਆ, ਠੀਕ ਹੈ। ਆ ਦੇਖੋ ਫਿਰ ਇੱਥੇ ਪਰਟੀਕੂਲਰ ਜੋ ਇੰਟਰਵਲ 'ਤੇ ਬੇਸ ਪੇਅਰਸ ਪ੍ਰੈਜੈਂਟ ਨੇ ਉਹਨਾਂ 'ਚ ਆਪਸ 'ਚ ਡਿਸਟੈਂਸ ਹੈ 3.4 ਐਂਗਸਟਰੋਮ। ਅਤੇ ਇੱਦਾਂ 10 ਬੇਸ ਪੇਅਰਸ ਦਾ ਇੱਕ ਜੋ ਸਪਾਇਰਲ ਬਣਦਾ ਆਪਣੇ ਕੋਲ, ਠੀਕ ਹੈ। 10 ਬੇਸ ਪੇਅਰਸ ਦਾ ਆਪਣੇ ਕੋਲ ਇੱਕ ਸਪਾਇਰਲ ਬਣਦਾ ਜਿਹਦਾ ਡਿਸਟੈਂਸ ਹੈ 34 ਐਂਗਸਟਰੋਮ, ਠੀਕ ਹੈ ਜੀ। ਨੈਕਸਟ, ਹਾਂਜੀ ਆਲਰੇਡੀ ਕਰਕੇ ਆਪਾਂ ਸ਼ੂਗਰ ਫਾਸਫੇਟ ਬੈਕਬੋਨ ਇਜ਼ ਪ੍ਰੈਜੈਂਟ। ਫੀਚਰਸ ਨੇ ਇਹ ਵਾਟਸਨ ਐਂਡ ਕ੍ਰਿਕ ਮਾਡਲ ਦੇ। ਫਾਸਫੇਟ ਗਰੁੱਪਸ ਗਿਵ ਮੋਲੀਕਿਊਲ ਆ ਨੈਗੇਟਿਵ ਚਾਰਜ। ਇਹ ਵੀ ਆਪਾਂ ਜਦੋਂ ਕੰਪੋਨੈਂਟਸ ਕੀਤੇ ਸੀ DNA ਦੇ ਉਹ 'ਚ ਕੀਤਾ ਸੀ ਕਿ ਫਾਸਫੇਟ ਗਰੁੱਪ ਆ ਉਹ ਪ੍ਰੋਵਾਈਡ ਕਰਵਾਉਂਦਾ DNA ਨੂੰ ਨੈਗੇਟਿਵ ਚਾਰਜ, ਠੀਕ ਹੈ। ਇਹ ਜ਼ਰੂਰੀ ਹੈ ਪੁਆਇੰਟ, ਕਿਉਂਕਿ ਨੈਕਸਟ ਆਪਾਂ ਕਰਨੀ ਆ ਪੈਕੇਜਿੰਗ ਆਫ DNA ਹੈਲਿਕਸ। ਨੈਗੇਟਿਵ ਚਾਰਜ ਹੋਣ ਕਰਕੇ DNA 'ਤੇ ਉਹ ਹੈਲਪ ਕਰਦਾ ਚਾਰਜ DNA ਦਾ ਨੂੰ ਪੈਕ ਕਰਨ ਲਈ, ਠੀਕ ਹੈ। ਪੈਕ ਕਰਨਾ ਕਿਉਂ ਜ਼ਰੂਰੀ ਹੈ? ਕਿਉਂ ਜ਼ਰੂਰੀ ਹੈ? ਕਿਉਂਕਿ ਹਿਊਮਨ ਸੈੱਲ ਦੇ ਵਿੱਚ ਹੁਣ ਸਟੱਡੀ ਬਹੁਤ ਐਡਵਾਂਸ ਟੈਕਨੀਕਸ ਪ੍ਰੈਜੈਂਟ ਨੇ, ਤਾਂ ਹਿਊਮਨ ਜੀਨੋਮ, ਠੀਕ ਹੈ, ਉਹ ਵੀ ਉਹਦੀ ਸਟੱਡੀ ਵੀ ਹੋਈ ਹੈ ਸਾਰੀ। ਤਾਂ ਉਹਦੇ ਅਕੋਰਡਿੰਗ ਹਿਊਮਨ ਸੈੱਲ ਦੇ ਵਿੱਚ ਟੋਟਲ 6.6 × 10⁹ ਬੇਸ ਪੇਅਰਸ ਪ੍ਰੈਜੈਂਟ ਹੁੰਦੇ ਨੇ। ਕਿੰਨੇ? 6.6 × 10⁹ ਇੰਨੇ ਜ਼ਿਆਦਾ ਇੱਕ ਹਿਊਮਨ ਸੈੱਲ ਦੇ ਵਿੱਚ ਇੰਨੇ ਬੇਸ ਪੇਅਰਸ ਪ੍ਰੈਜੈਂਟ ਨੇ। ਅਤੇ ਡਿਸਟੈਂਸ ਤਾਂ ਸਾਨੂੰ ਪਤਾ ਕਿ 2 ਕੰਜੀਕਿਊਟਿਵ ਬੇਸ ਪੇਅਰਸ ਦੇ ਵਿੱਚ ਜੋ ਡਿਸਟੈਂਸ ਆ ਉਹ 0.34 ਨੈਨੋਮੀਟਰ ਆ, ਜਾਂ ਆਪਾਂ ਇਹਨੂੰ ਲਿਖ ਸਕਦੇ ਹਾਂ 0.34 × 10⁻⁹ ਮੀਟਰ। ਤਾਂ ਟੋਟਲ ਲੈਂਥ DNA ਦੀ ਕੀ ਹੋਈ ਹਿਊਮਨ ਸੈੱਲ ਦੇ ਵਿੱਚ, ਠੀਕ ਹੈ, ਕਿੰਨੀ ਹੋਈ? ਟੋਟਲ ਨੰਬਰ ਆਫ ਬੇਸ ਪੇਅਰਸ ਨੂੰ ਮਲਟੀਪਲਾਈ ਕਰੋ ਡਿਸਟੈਂਸ ਬਿਟਵੀਨ 2 ਬੇਸ ਪੇਅਰਸ, ਠੀਕ ਹੈ। ਤਾਂ ਆਪਣੇ ਕੋਲ ਕਿੰਨਾ ਆ ਗਿਆ? ਅਪਰੋਕਸੀਮੇਟਲੀ 2.2 ਮੀਟਰ, ਠੀਕ ਹੈ। ਮਲਟੀਪਲਾਈ ਕਰਕੇ ਦਿਖਾਇਆ ਹੈ ਤਾਂ ਅਪਰੋਕਸੀਮੇਟਲੀ 2.2 ਮੀਟਰ। ਇੰਨਾ ਲੈਂਥੀ, ਇੰਨਾ ਲੌਂਗ DNA ਆ। ਤਾਂ
ਆਪਾਂ ਨੂੰ ਪਤਾ ਨਿਊਕਲੀਅਸ ਦੀ ਡਾਇਮੈਂਸ਼ਨ ਕਿੰਨੀ ਹੁੰਦੀ ਆ, ਨਿਊਕਲੀਅਸ ਦੀ ਡਾਇਮੈਂਸ਼ਨ ਜਸਟ 10⁻⁻6 ਮੀਟਰ ਹੁੰਦੀ ਆ, -6 ਆ ਬੇਟਾ ਉੱਪਰ, ਠੀਕ ਹੈ। ਬਹੁਤ ਛੋਟਾ ਹੁੰਦਾ ਨਿਊਕਲੀਅਸ ਦੀ ਜੋ ਡਾਇਮੈਂਸ਼ਨ ਆ ਉਹਦੇ ਅਕੋਰਡਿੰਗ 10⁻⁶, ਜਦ ਕਿ DNA ਉਸ ਨਿਊਕਲੀਅਸ ਦੇ ਵਿੱਚ 2.2 ਮੀਟਰ ਆ। ਤਾਂ ਹਾਊ ਸੱਚ ਅ ਲੌਂਗ ਪੋਲੀਮਰ ਪੈਕੇਜਡ ਇਨ ਅ ਸੈੱਲ, ਠੀਕ ਹੈ। ਉਹਦੀ ਪੈਕੇਜਿੰਗ ਕਿਵੇਂ ਹੁੰਦੀ ਹੈ, ਦੇਖੋ ਪ੍ਰੋਕਰੀਓਟਸ ਦੇ ਵਿੱਚ ਤਾਂ, ਠੀਕ ਹੈ, ਪ੍ਰੋਕਰੀਓਟਿਕ DNA ਆਪਾਂ ਨੂੰ ਪਤਾ ਕਿ ਉਹਨਾਂ 'ਚ ਦੇ ਡੂ ਨੋਟ ਹੈਵ ਅ ਡਿਫਾਈਨਡ ਨਿਊਕਲੀਅਸ, ਆਪਾਂ +1 ਦੇ ਦੌਰਾਨ ਕੀਤਾ ਹੋਇਆ, ਠੀਕ ਹੈ। ਪ੍ਰੋਕਰੀਓਟਿਕ ਸੈੱਲ ਕੀ ਹੁੰਦਾ, ਉਹ 'ਚ ਨਿਊਕਲੀਅਰ ਮੈਂਬਰੇਨ ਐਬਸੈਂਟ ਹੁੰਦੀ ਆ, ਬਟ ਉਹਦੇ 'ਚ DNA ਸਕੈਟਰਡ ਨਹੀਂ ਪਿਆ ਹੁੰਦਾ। DNA ਨੈਗੇਟਿਵ ਚਾਰਜ ਆਪਾਂ, ਠੀਕ ਹੈ, ਪਹਿਲਾਂ ਕੀਤਾ ਕਿ ਫਾਸਫੇਟ ਗਰੁੱਪ ਕਰਕੇ, ਠੀਕ ਹੈ, ਕਿ ਫਾਸਫੇਟ ਗਰੁੱਪ ਕਰਕੇ ਨੈਗੇਟਿਵ ਚਾਰਜ ਆਉਂਦਾ DNA ਤੇ, ਠੀਕ ਹੈ, ਨੈਗੇਟਿਵ ਚਾਰਜ ਆਉਂਦਾ ਫਾਸਫੇਟ ਗਰੁੱਪ ਕਰਕੇ, ਤੇ ਉਹ ਨੈਗੇਟਿਵ ਚਾਰਜ ਹੋਣ ਕਰਕੇ ਪ੍ਰੋਟੀਨਸ ਪੋਜ਼ਿਟਿਵ ਚਾਰਜ ਵਾਲੇ ਉਹਨੂੰ ਹੋਲਡ ਕਰਕੇ ਰੱਖਦੇ ਨੇ, ਠੀਕ ਹੈ। ਪ੍ਰੋਕਰੀਓਟਸ ਦੇ ਵਿੱਚ ਚਾਹੇ ਨਿਊਕਲੀਅਰ ਮੈਂਬਰੇਨ ਐਬਸੈਂਟ ਆ, ਪਰ DNA ਸਕੈਟਰਡ ਨਹੀਂ ਪਿਆ ਹੁੰਦਾ, ਖਿਲਰਿਆ ਨਹੀਂ ਪਿਆ ਹੁੰਦਾ ਸੈੱਲ ਦੇ ਵਿੱਚ, ਉਹ ਇੱਕ ਪਰਟੀਕੂਲਰ ਰੀਜਨ ਦੇ ਵਿੱਚ ਪਿਆ ਜਿਹਨੂੰ ਨਿਊਕਲੀਓਇਡ ਟਰਮ ਦਿੱਤੀ ਆ। ਉਹ ਉੱਥੇ ਕਿਉਂ ਪਿਆ, ਕਿਉਂਕਿ ਉਹਨੂੰ ਪੋਜ਼ਿਟਿਵ ਚਾਰਜ ਵਾਲੇ ਜੋ ਪ੍ਰੋਟੀਨਸ ਨੇ ਹੋਲਡ ਕਰਕੇ ਰੱਖਦੇ ਨੇ। ਸਿਮਿਲਰਲੀ ਯੂਕਰੀਓਟਸ ਦੇ ਵਿੱਚ ਕੀ ਹੁੰਦਾ, ਹੁਣ ਯੂਕਰੀਓਟਿਕ ਆਪਾਂ ਕਰਕੇ ਕਹਾਂਗੇ 2.2 ਮੀਟਰ ਲੌਂਗ DNA, ਹਾਊ ਇਟ ਇਜ਼ ਪੈਕੇਜਡ ਇਨ, ਠੀਕ ਹੈ, ਹਾਊ ਇਟ ਇਜ਼ ਪੈਕੇਜਡ ਇਨ ਅ ਨਿਊਕਲੀਅਸ ਆਫ 10⁻⁻6 ਮੀਟਰ ਡਾਇਮੈਂਸ਼ਨ, ਠੀਕ ਹੈ। ਤਾਂ ਉਹਦੇ 'ਚ ਕੀ ਹੁੰਦਾ, ਯੂਕਰੀਓਟਸ ਦੇ ਵਿੱਚ ਪੋਜ਼ਿਟਿਵਲੀ ਚਾਰਜ ਪ੍ਰੋਟੀਨਸ ਪ੍ਰੈਜ਼ੈਂਟ ਹੁੰਦੇ ਨੇ ਸੈੱਲ ਦੇ ਵਿੱਚ, ਜਿਨ੍ਹਾਂ ਨੂੰ ਟਰਮ ਦਿੱਤੀ ਗਈ ਆ ਹਿਸਟੋਨਸ ਦੀ। ਤਾਂ ਉਹਦੇ 'ਚ ਜੋ ਅਮਾਈਨੋ ਐਸਿਡਸ ਪ੍ਰੈਜ਼ੈਂਟ ਹੁੰਦੇ ਨੇ, ਅੱਗੇ ਆਪਾਂ ਜਦੋਂ ਟਰਾਂਸਲੇਸ਼ਨ ਕਰਨੀ ਹੈ ਉਹ 'ਚ ਤੁਹਾਨੂੰ ਹੋਰ ਕਲੀਅਰ ਹੋਊਗਾ ਕਿ ਅਮਾਈਨੋ ਐਸਿਡਸ ਚੇਨਸ ਬਣਾਉਂਦੇ ਨੇ, ਠੀਕ ਹੈ, ਅਮਾਈਨੋ ਐਸਿਡਸ ਦੀ ਚੇਨਸ ਬਣਦੀਆਂ ਨੇ ਟੂ ਫੋਰਮ ਪ੍ਰੋਟੀਨਸ। ਤਾਂ ਉਹ ਜੋ ਹਿਸਟੋਨ ਪ੍ਰੋਟੀਨਸ ਨੇ ਉਹਨਾਂ 'ਚ ਬੇਸਿਕ ਅਮਾਈਨੋ ਐਸਿਡਸ ਜ਼ਿਆਦਾ ਹੁੰਦੇ ਨੇ, ਠੀਕ ਹੈ, ਕਿਉਂਕਿ ਹੁਣ ਆਪਾਂ ਨੂੰ ਪਤਾ DNA ਨੈਗੇਟਿਵ ਚਾਰਜ ਆ, ਤਾਂ ਇਹਦਾ ਮਤਲਬ ਆਪਾਂ ਨੂੰ ਪੋਜ਼ਿਟਿਵ ਚਾਰਜ ਵਾਲੇ ਪ੍ਰੋਟੀਨਸ ਚਾਹੀਦੇ ਆ ਬੇਟੇ। ਤਾਂ ਯਾਦ ਰੱਖਣਾ ਹਮੇਸ਼ਾ ਜੋ ਅਮਾਈਨੋ ਐਸਿਡ ਦੀਆਂ ਦੋ ਟਾਈਪਸ ਨੇ, ਲਾਈਸਿਨ ਤੇ ਆਰਜਿਨਿਨਸ, ਠੀਕ ਹੈ। ਲਾਈਸਿਨ ਐਂਡ ਆਰਜਿਨਿਨ they both carry positive charge in their side chains and these are present in these histones, ਜੋ ਟਰਮ ਦਿੱਤੀ ਹੈ ਆਪਾਂ DNA ਨਾਲ ਰਿਲੇਟਡ, DNA ਨਾਲ ਐਸੋਸੀਏਟਡ ਪ੍ਰੋਟੀਨਸ ਲਈ ਹਿਸਟੋਨਸ। ਤਾਂ ਹਿਸਟੋਨ ਜਿਹੜੇ ਨੇ, ਹਿਸਟੋਨ ਉਹ ਅਰੇਂਜ ਹੋ ਜਾਂਦੇ ਨੇ ਟੂ ਫੋਰਮ ਅ ਯੂਨਿਟ ਆਫ 8 ਮੋਲੀਕਿਊਲਸ। ਹਿਸਟੋਨ ਦੀ ਇੱਕ ਯੂਨਿਟ ਬਣ ਜਾਂਦੀ ਸੈੱਲ ਦੇ ਅੰਦਰ, ਜਿਹਨੂੰ ਬੋਲਦੇ ਹਿਸਟੋਨ ਆਕਟਾਮਰ। ਹੁਣ DNA ਜਿਹੜਾ ਨੈਗੇਟਿਵਲੀ ਚਾਰਜ DNA ਆ, ਉਹ ਇਸ ਆਕਟਾਮਰ ਦੇ ਆਲੇ ਦੁਆਲੇ ਰੈਪਡ ਹੋਇਆ ਹੁੰਦਾ, ਜਿਵੇਂ ਆਪਾਂ ਉੱਨ ਦਾ ਗੋਲਾ ਲਪੇਟਦੇ ਹਾਂ ਮੰਨ ਲਓ, ਠੀਕ ਹੈ, ਥਰੈਡ ਨੂੰ ਕਿਸੇ ਚੀਜ਼ ਦੇ ਆਲੇ ਦੁਆਲੇ ਲਪੇਟਦੇ ਹਾਂ, ਤਾਂ ਉਹ ਸੇਮ ਹੀ ਰੈਪਿੰਗ ਹੋਈ ਹੁੰਦੀ ਆ DNA ਮੋਲੀਕਿਊਲ ਦੀ। ਕਿਉਂਕਿ ਉਹ ਕਿਉਂ ਹੁੰਦੀ ਆ, ਕਿਉਂਕਿ DNA ਨੈਗੇਟਿਵ ਚਾਰਜਡ ਆ ਅਤੇ ਹਿਸਟੋਨ ਪੋਜ਼ਿਟਿਵ ਚਾਰਜਡ ਨੇ। ਤਾਂ ਉਹ ਜੋ ਰੈਪਿੰਗ ਹੋ ਕੇ ਆਪਣੇ ਕੋਲ ਸਟਰਕਚਰ ਬਣਦਾ ਉਹਨੂੰ ਬੋਲਦੇ ਆਪਾਂ ਨਿਊਕਲੀਓਸੋਮ। ਤਾਂ ਇਹ ਹਰ ਇੱਕ ਸੈੱਲ ਦੇ ਵਿੱਚ ਇੱਕੋ ਹੀ, ਠੀਕ ਹੈ, ਇੱਦਾਂ ਹਿਸਟੋਨ ਦੋ ਆਕਟਾਮਰ ਨਹੀਂ ਪ੍ਰੈਜ਼ੈਂਟ, ਬਹੁਤ ਸਾਰੇ ਹਿਸਟੋਨ ਆਕਟਾਮਰਸ ਨੇ, ਬਹੁਤ ਸਾਰੇ ਨਿਊਕਲੀਓਸੋਮਸ ਬਣਦੇ ਨੇ, ਠੀਕ ਹੈ। ਤਾਂ ਇੱਕ ਨਿਊਕਲੀਓਸੋਮ ਦੇ ਵਿੱਚ 200 ਬੇਸ ਪੇਅਰਸ ਹੁੰਦੇ ਨੇ, ਠੀਕ ਹੈ। ਇੱਕ ਨਿਊਕਲੀਓਸੋਮ ਦੇ ਵਿੱਚ 200 ਬੇਸ ਪੇਅਰਸ ਪ੍ਰੈਜ਼ੈਂਟ ਹੁੰਦੇ ਨੇ DNA ਹੈਲਿਕਸ ਦੇ। ਤੇ ਨਿਊਕਲੀਓਸੋਮ ਕ੍ਰੋਮੈਟਿਨ ਵਰਡ ਵੀ ਤੁਸੀਂ ਪਹਿਲਾਂ ਕੀਤਾ ਹੋਇਆ, ਥਰੈਡ ਲਾਈਕ ਸਟਰਕਚਰ। ਤਾਂ DNA ਵਿੱਚ ਰੈਪ ਹੋਇਆ, ਠੀਕ ਹੈ। ਤਾਂ ਨਿਊਕਲੀਓਸੋਮ ਇਨ ਕ੍ਰੋਮੈਟਿਨ ਦੈਟ ਅਪੀਅਰਸ ਐਜ਼ ਬੀਡਸ ਔਨ ਸਟਰਿੰਗ ਸਟਰਕਚਰ, ਜਿਵੇਂ, ਠੀਕ ਹੈ, ਮੋਤੀ, ਛੋਟੇ ਛੋਟੇ ਮੋਤੀ ਜਾਂ ਮਣਕੇ ਪਰੋਏ ਹੁੰਦੇ ਆ ਧਾਗੇ ਦੇ ਵਿੱਚ, ਉਹੋ ਜਿਹਾ ਸਟਰਕਚਰ ਦਿਖਦਾ ਮਾਈਕਰੋਸਕੋਪ ਅੰਡਰ, ਠੀਕ ਹੈ। ਤੇ ਉਹਨੂੰ ਬੋਲਦੇ ਆ ਬੀਡਸ ਔਨ ਸਟਰਿੰਗ ਸਟਰਕਚਰ। ਤੇ ਹਾਈਲੀ ਕੋਇਲਡ ਹੋ ਕੇ, ਹਾਈਲੀ ਕੰਡੈਂਸਡ ਹੋ ਕੇ ਇਹੀ ਸਟਰਕਚਰ ਕੀ ਬਣਾਉਂਦੇ ਨੇ, ਕ੍ਰੋਮੋਜ਼ੋਮਸ, ਠੀਕ ਹੈ, ਕੀ ਬਣਾਉਂਦੇ ਨੇ, ਕ੍ਰੋਮੋਜ਼ੋਮਸ। ਆਹ ਹੈ ਜਨਰਲ ਸਟਰਕਚਰ। ਆ ਦੇਖੋ 8 ਹਿਸਟੋਨ ਮੋਲੀਕਿਊਲਸ, 3 4
5 6 7 8 ਜਿਹੜੇ ਫਾਰਮ ਕਰਦੇ ਨੇ ऑक्टामर। ऑक्टा वर्ड 8 ਲਈ ਹੁੰਦਾ, ਠੀਕ ਹੈ। ऑक्टामर ਇਹ ਸਾਈਡ ਤੇ ਇੱਕ ਹਿਸਟੋਨ ਪ੍ਰੋਟੀਨ H1, ਠੀਕ ਹੈ, ਤੇ ਆ DNA ਰੈਪ ਹੋਇਆ ਹੋਇਆ ਇਹਦੇ ਆਲੇ ਦੁਆਲੇ, ਠੀਕ ਹੈ। ਇੱਦਾਂ ਰੈਪਿੰਗ ਹੋਈ ਹੋਈ ਆ DNA ਦੀ। ਫਿਰ ਨੈਕਸਟ ਨਿਊਕਲੀਓਜ਼ੋਮ ਆਉਂਦਾ, ਤੈਨੂੰ ਓਵਰਆਲ ਟਰਮ ਦਿੰਦੇ ਨੇ ਨਿਊਕਲੀਓਜ਼ੋਮ ਦੀ, ਠੀਕ ਹੈ, ਨਿਊਕਲੀਓਜ਼ੋਮ। ਨੈਕਸਟ ਫਿਰ ਦੁਬਾਰਾ ਆਪਾਂ ਦੇਖਦੇ ਹਾਂ ਕਿ ਕਿਵੇਂ ਆਪਣੇ ਕੋਲ ਸਟਰਕਚਰ ਆਇਆ। ਪਹਿਲਾਂ ਕ੍ਰੋਮੋਜ਼ੋਮ ਟਰਮ ਆਪਾਂ ਪਿਛਲੇ ਚੈਪਟਰ 'ਚ ਪੜ੍ਹੀ ਆ। ਕ੍ਰੋਮੋਜ਼ੋਮ ਦਾ ਇੱਕ ਰੀਜਨ ਲਿਆ ਆਪਾਂ, ਉਸਨੂੰ ਇਲੈਬੋਰੇਟ ਕਰਕੇ ਲਿਖਿਆ। ਹੇਅਰ ਕਮਸ ਅ ਕੰਡੈਂਸਡ ਸੈਕਸ਼ਨ ਆਫ ਕ੍ਰੋਮੋਜ਼ੋਮ। ਫਰਦਰ ਇਹਦਾ ਇੱਕ ਪਾਰਟ ਲੈ ਲਿਆ, ਠੀਕ ਹੈ, ਹੋਰ ਇਲੈਬੋਰੇਟ ਹੋਈ ਗਿਆ, ਐਕਸਟੈਂਡ ਹੋ ਗਿਆ ਥੋੜ੍ਹਾ ਜਿਹਾ ਸਟਰਕਚਰ ਆਪਣੇ ਕੋਲੇ, ਠੀਕ ਹੈ। ਅਤੇ ਨੈਕਸਟ ਉਹਨੂੰ ਇਲੈਬੋਰੇਟ ਕੀਤਾ ਉਹਦੇ ਇੱਕ ਪਾਰਟ ਨੂੰ, ਤਾਂ ਉਸ ਇੱਕ ਪਾਰਟ 'ਚ ਕੀ ਪ੍ਰੈਜ਼ੈਂਟ ਨੇ, ਨਿਊਕਲੀਓਜ਼ੋਮਸ ਪ੍ਰੈਜ਼ੈਂਟ ਨੇ। ਆ ਨਿਊਕਲੀਓਜ਼ੋਮਸ ਨੇ ਬੇਟਾ, ਠੀਕ ਹੈ। ਨਿਊਕਲੀਓਜ਼ੋਮਸ ਕੀ ਨੇ, ਉਹੀ ਹਿਸਟੋਨ ਦੇ ਆਲੇ ਦੁਆਲੇ ਰੈਪ ਹੋਇਆ ਹੋਇਆ DNA, ਠੀਕ ਹੈ। ਅਤੇ ਕ੍ਰੋਮੈਟਿਨ ਦਾ ਪਾਰਟ ਆ। ਕ੍ਰੋਮੈਟਿਨ 30 ਨੈਨੋਮੀਟਰ ਕ੍ਰੋਮੈਟਿਨ ਹੀ ਲਿਆ ਇਹ ਫਾਈਬਰ, ਠੀਕ ਹੈ, ਪੈਕਡ ਨਿਊਕਲੀਓਜ਼ੋਮਸ। ਨੈਕਸਟ ਫਰਦਰ ਇਹਦੇ ਜੋ ਸਬ ਪਾਰਟ ਲਿਆ, ਇਹਦੇ 'ਚੋਂ ਆਪਾਂ ਨੂੰ ਬੀਡਸ ਔਨ ਅ ਸਟਰਿੰਗ ਸਟਰਕਚਰ ਦਿਖ ਰਿਹਾ, ਫਾਰਮ ਆਫ ਕ੍ਰੋਮੈਟਿਨ, ਠੀਕ ਹੈ। ਅਤੇ ਲਾਸਟ ਇਸ ਦਾ ਕੋਈ ਵੀ ਪਾਰਟ ਕੀ ਆ, ਦੈਟ ਇਜ਼ ਡਬਲ ਹੈਲਿਕਸ DNA, ਠੀਕ ਹੈ, ਉਹ ਹੈ DNA। ਤਾਂ ਓਵਰਆਲ ਕੀ ਆ, ਕ੍ਰੋਮੋਜ਼ੋਮਸ ਕਾਹਦੇ ਬਣੇ ਹੋਏ ਨੇ, ਵੈਸੇ DNA ਦੇ, ਠੀਕ ਹੈ। ਉਹ DNA ਪੈਕ ਹੋਇਆ ਵਿਦ ਹਿਸਟੋਨ ਪ੍ਰੋਟੀਨਸ, DNA ਪੈਕਡ ਹੋਇਆ ਹੋਇਆ ਵਿਦ ਹਿਸਟੋਨ ਪ੍ਰੋਟੀਨਸ ਟੂ ਫਾਰਮ ਆ ਨਿਊਕਲੀਓਜ਼ੋਮਸ। ਅਤੇ ਉਹ ਨਿਊਕਲੀਓਜ਼ੋਮਸ ਅਰੇਂਜ ਨੇ ਅਲੋਂਗ ਵਿਦ ਦਾ ਫਾਈਬਰਸ, ਠੀਕ ਹੈ। ਟੋਟਲ ਕ੍ਰੋਮੈਟਿਨ ਹੀ ਆ, ਉਹਨੂੰ ਬੋਲਦੇ ਆ ਬੀਡਸ ਔਨ ਦਾ ਸਟਰਿੰਗ, ਠੀਕ ਹੈ। ਨੈਕਸਟ ਦੀਸ ਬੀਡਸ ਔਨ ਸਟਰਿੰਗਸ, ਫਿਰ ਜਦੋਂ ਆਏਗੀ ਹੋਰ ਕੋਇਲਿੰਗ ਹੋ ਗਈ, ਠੀਕ ਹੈ, ਕੰਡੈਂਸੇਸ਼ਨ ਹੋਈ ਜਾਂਦੀ ਆ, ਤਾਂ ਅਲਟੀਮੇਟਲੀ ਸਾਡੇ ਕੋਲ ਆ ਜਾਂਦਾ ਕ੍ਰੋਮੋਜ਼ੋਮ, ਠੀਕ ਹੈ। ਤਾਂ ਇਹ ਪੂਰੇ ਦਾ ਪੂਰਾ ਸਟਰਕਚਰ ਇੱਦਾਂ। ਲਾਸਟ 'ਤੇ ਕ੍ਰੋਮੈਟਿਨ ਦੀਆਂ ਟਾਈਪਸ ਨੇ ਦਿੱਤੀਆਂ ਹੋਈਆਂ ਆਪਣੀ PSCB ਬਾਇਓ ਦੀ ਬੁੱਕ ਦੇ ਵਿੱਚ। ਉਹਦੇ 'ਚ 2 ਟਰਮਸ ਨੇ, ਯੂਕ੍ਰੋਮੈਟਿਨ ਅਤੇ ਹੈਟਰੋਕ੍ਰੋਮੈਟਿਨ। ਜਦੋਂ ਨਿਊਕਲੀਆਈ ਨੂੰ ਉਹਦੀ ਸਟੇਨਿੰਗ ਕੀਤੀ ਜਾਂਦੀ ਹੈ, ਸਟੱਡੀ ਕੀਤਾ ਜਾਂਦਾ ਅੰਡਰ ਮਾਈਕਰੋਸਕੋਪ, ਤਾਂ ਕੁਛ ਰੀਜਨ ਡਾਰਕਲੀ ਸਟੇਨਡ ਆਉਂਦੇ ਨੇ ਆਪਣੇ ਕੋਲ, ਜ਼ਿਆਦਾ ਡਾਰਕ ਕਲਰ 'ਚ ਸਟੇਨ ਹੋਏ ਹੁੰਦੇ ਨੇ, ਕਲਰ ਜ਼ਿਆਦਾ ਆਇਆ ਹੁੰਦਾ। ਕੁਛ ਰੀਜਨ ਲਾਈਟਲੀ ਸਟੇਨਡ ਹੁੰਦੇ ਨੇ, ਠੀਕ ਹੈ। ਤਾਂ ਲਾਈਟਲੀ ਸਟੇਨਡ ਰੀਜਨਸ ਯੂਕ੍ਰੋਮੈਟਿਨ ਪ੍ਰੈਜ਼ੈਂਟ ਹੁੰਦਾ ਉਹਦੇ 'ਚ। ਡਾਰਕਲੀ ਸਟੇਨਡ ਰੀਜਨ ਦੇ ਵਿੱਚ ਹੈਟਰੋਕ੍ਰੋਮੈਟਿਨ। ਐਕਚੁਅਲੀ ਕੀ ਆ, ਯੂਕ੍ਰੋਮੈਟਿਨ ਕੀ ਆ, ਦੈਟ ਇਜ਼ ਲੂਜ਼ਲੀ ਪੈਕਡ DNA, ਠੀਕ ਹੈ, ਦੈਟ ਇਜ਼ ਲੂਜ਼ਲੀ ਪੈਕਡ form of chromatin, and heterochromatin is densely packed. Densely packed so darkly stained, loosely packed so lightly stained। ਤੇ ਮੇਜਰ ਪੁਆਇੰਟ ਕੀ ਆ, ਐਕਟਿਵ DNA ਜਾਂ ਐਕਟਿਵ ਕ੍ਰੋਮੈਟਿਨ, ਦੈਟ ਇਜ਼ ਯੂਕ੍ਰੋਮੈਟਿਨ। ਯੂਕ੍ਰੋਮੈਟਿਨ ਦਾ ਪਾਰਟ ਜ਼ਿਆਦਾ ਐਕਟਿਵ ਹੁੰਦਾ। ਹੈਟਰੋਕ੍ਰੋਮੈਟਿਨ ਇਜ਼ ਜੈਨੇਟਿਕਲੀ ਇਨਐਕਟਿਵ, ਠੀਕ ਹੈ। जेनेटिकली एक्टिव है यूक्रोमेटिन, जेनेटिकली एक्टिव इज यूक्रोमेटिन एंड जेनेटिकली इनएक्टिव इज हेट्रोक्रोमेटिन। नैक्सट स्टेनिंग बारे कर लिया। तो नैक्सट 90% ऑफ टोटल ह्यूमन जीनोम इज यूक्रोमेटिन। जो अपने सैल्स के न्यूक्लियाई दे विच DNA है, जीनोम प्रेजेंट आ, ठीक है। जीनोम जीन्स के सैट तो वर्ड मिलिया होया, ठीक है। वो जीन्स सेम ही वही DNA क्रोमोसोम आप सब वर्ड्स पहला किए हुए ने। तो 90% टोटल ह्यूमन जीनोम इज यूक्रोमेटिन। सो बेटे ये सी अज का टॉपिक अपना, ठीक है। वॉटसन एंड क्रिक मॉडल होपफुली तुहानूं समझ आ गया होना। तो मैं कोशिश करूँगी नैक्सट, ठीक है, इस तरह वीडियो ही बना ली जाए, क्योंकि ऑनलाइन स्टडी थोड़ी जी अपने डिस्टर्ब हुई हुई है, नैटवर्क नहीं हुंदा प्रॉपर, ठीक है। तो इसनूं तुसीं इहदा बैनीफिट ये भी, इहनूं तुसीं बार बार भी समझ सकते हो। तो अपने नाल जो PSCB बायो दियां बुक्स ने,
ਠੀਕ ਹੈ, ਜਾਂ ਜੋ ਵੀ ਤੁਹਾਡੇ ਕੋਲ ਹੁਣ ਬੁੱਕਸ ਅਵੇਲੇਬਲ ਨੇ ਉਹਦੇ ਤੇ ਨਾਲ ਇੱਕ ਵਾਰੀ ਰੀਡ ਆਊਟ ਕਰ ਲਿਓ। ਓਕੇ ਬੱਚੇ, ਓਕੇ ਜੀ, ਥੈਂਕਸ ਅ ਲੋਟ।